TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ। ਖੁੱਲ੍ਹਾ ਸਦਾ ਉਮੀਦ ਕਰਦਾ ਤੁਹਾਨੂੰ ਅੱਜ ਵਾਲਾ ਪ੍ਰੋਗਰਾਮ ਵੀ ਜਿਹੜਾ ਹੈ ਉਹ ਪਸੰਦ ਆਵੇਗਾ। ਅੱਜ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਘੱਟ ਗਿਣਤੀਆਂ ਦੇ ਨਾਲ ਹੋ ਰਹੇ ਦੁਰਵਿਹਾਰ ਤੇ ਇੱਥੋਂ ਤੱਕ ਕਿ ਘੱਟ ਗਿਣਤੀਆਂ ਨਾਲ ਹੋ ਰਹੇ ਜੋ ਜਬਰ ਆ ਉਹਦੇ ਤੇ ਆਪਾਂ ਅੱਜ ਗੱਲਬਾਤ ਜਿਹੜੀ ਆ ਉਹ ਕਰਾਂਗੇ। ਜਦ ਦੀ ਇਹ ਭਾਜਪਾ ਕਾਬਜ ਹੋਈ ਆ 2014 ਤੋਂ, ਉਦੋਂ ਤੋਂ ਲਗਾਤਾਰਤਾ ਦੇ ਨਾਲ ਇਹਨਾਂ ਜਿਹੜੇ ਅਲੱਗ-ਅਲੱਗ ਤਰੀਕੇ ਅਪਣਾਏ ਜਾਂਦੇ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਵਾਧਾ ਹੋਇਆ। ਕਿਉਂਕਿ ਜਦੋਂ ਇਹਨਾਂ ਨੇ ਆਪਣਾ ਰਾਜ ਭਾਗ ਸਾਂਭਿਆ ਤੇ ਇਹ ਇੱਕ ਹੀ ਆਪਣਾ ਨਾਅਰਾ ਲੈ ਕੇ ਆਏ ਨੇ ਕਿ ਅਸੀਂ ਇਸ ਭਾਰਤ ਨੂੰ ਹਿੰਦੂ ਰਾਸ਼ਟਰ ਜਿਹੜਾ ਉਹ ਬਣਾਉਣਾ। ਲਗਾਤਾਰ ਆ ਰਹੀਆਂ ਵੱਖ-ਵੱਖ ਅਖਬਾਰਾਂ ਦੇ ਵਿੱਚ ਵੱਖ-ਵੱਖ ਚੈਨਲਾਂ ਰਾਹੀਂ ਸਟੇਟਮੈਂਟਾਂ ਜਿਹੜੀਆਂ ਨੇ ਉਹ ਇਹਨਾਂ ਜਿਹੜੇ ਹੋ ਰਹੇ ਹਿੰਸਕ ਘਟਨਾਵਾਂ ਨੇ ਉਹਨਾਂ ਨੂੰ ਜਨਮ ਦਿੰਦੀਆਂ ਨੇ। ਤੇ ਇਹਦੇ ਵਾਸਤੇ ਰੋਕੂਗਾ ਕੌਣ ਜਦੋਂ ਖੁਦ ਹਕੂਮਤ ਹੀ ਜਿਹੜੀ ਆ ਉਹ ਇਸ ਰੰਗ ਦੇ ਵਿੱਚ ਰੰਗੀ ਹੋਏਗੀ। ਬਚਾਏਗਾ ਕੌਣ? ਹਾਕਮ ਧੇਰੀ ਇਸ ਚੀਜ਼ ਨੂੰ ਕਰਵਾ ਰਹੀ ਹੋਵੇ ਤਾਂ ਫਿਰ ਬਚਾਏਗਾ ਕੌਣ? ਤੇ ਉੱਥੇ ਫਿਰ ਆਵਾਜ਼ ਕਿਸ ਦੀ ਸੁਣੀ ਜਾਏਗੀ? ਉੱਥੇ ਗੱਲਬਾਤ ਕਿਹਦੀ ਸੁਣੀ ਜਾਏਗੀ? ਤੇ ਮਜ਼ਲੂਮਾਂ ਦੇ ਹੋ ਰਹੇ ਕਤਲ, ਮਜ਼ਲੂਮਾਂ ਦੇ ਉੱਤੇ ਹੋ ਰਿਹਾ ਜ਼ੁਲਮ ਜਿਹੜਾ ਉਹਦੇ ਵਿੱਚ ਲਗਾਤਾਰਤਾ ਦੇ ਨਾਲ ਵਾਧਾ ਹੋ ਰਿਹਾ ਹੈਗਾ। ਹੁਣ ਸਮੱਸਿਆ ਇਹ ਆਣ ਕੇ ਪੈਦਾ ਹੋ ਜਾਂਦੀ ਆ ਕਿ ਜਿਨ੍ਹਾਂ ਉੱਤੇ ਜ਼ੁਲਮ ਹੁੰਦੇ ਨੇ ਤਾਂ ਜ਼ੁਲਮ ਹੁੰਦੇ ਆ ਰਹੇ ਨੇ, ਉਹਨਾਂ ਦੇ ਵਿੱਚ ਕੋਈ ਏਕੇ ਵਾਲੀ ਗੱਲ ਜਿਹੜੀ ਆ ਉਹ ਨਹੀਂ ਹੈਗੀ। ਜੇ ਜੂਨ 1984 ਜਾਂ 78 ਤੋਂ ਲਾ ਲਓ, ਜਾਂ ਸਿੱਖਾਂ ਦੀ ਲਗਾਤਾਰ ਹੋ ਰਹੀ ਨਸਲਕੁਸ਼ੀ ਦੇ ਵਿੱਚ ਮੁਸਲਿਮ ਭਾਈਚਾਰਾ ਚੁੱਪ ਕਰਕੇ ਬਹਿ ਗਿਆ, ਉਹ ਨਹੀਂ ਬੋਲਿਆ ਬਿਲਕੁਲ ਵੀ। ਉਹਨਾਂ ਨੇ ਕਿਸੇ ਕਿਸਮ ਦੀ ਕੋਈ ਆਵਾਜ਼ ਜਾਂ ਜਿਹੜੀ ਆ ਉਹ ਨਾ ਚੱਕੀ। ਤੇ ਫਿਰ ਉਹਦਾ ਕਾਰਨ ਇਹੀ ਬਣਿਆ ਕਿ ਫਿਰ 2001 ਦੇ ਵਿੱਚ ਹੋਏ ਜਿਹੜੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਜਿਹੜੀ ਹੋਈ ਆ ਉਹ ਕਾਰਨ ਬਣੀ। ਕਿਉਂਕਿ ਜਦੋਂ ਤੁਸੀਂ ਰਾਣਾ ਅਜੂਬ ਨੂੰ ਸੁਣਦੇ ਹੋ ਤਾਂ ਫਿਰ ਇੱਕ ਵਾਰ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਂ ਆਪਣੀ ਗੁਜਰਾਤ ਫਾਈਲ ਜਿਹੜੀ ਬਣਾਈ ਆ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜੇ ਉਸ ਟਾਈਮ ਦੇ ਉੱਤੇ ਜੂਨ 84 ਨਾ ਵਾਪਰਦਾ ਤੇ ਆਵਾਜ਼ ਚੁੱਕੀ ਜਾਂਦੀ ਤੇ ਨਵੰਬਰ 84 ਨਾ ਵਾਪਰਦਾ। ਜੇ ਨਵੰਬਰ 84 ਜਿਹੜਾ ਨਾ ਵਾਪਰ ਜੇ ਉਦੋਂ ਆਵਾਜ਼ ਚੱਕੀ ਜਾਂਦੀ ਤਾਂ ਫਿਰ ਜਿਹੜਾ ਹੈ ਉਹ ਗੁਜਰਾਤ ਵਾਲਾ ਕਾਂਡ ਜਿਹੜਾ ਉਹ ਨਹੀਂ ਹੁੰਦਾ। ਬਹੁਤ ਸਾਰੇ ਹੋਰ ਜਿਹੜੇ ਨੇ ਉਹ ਛੋਟੇ ਰੂਪ ਦੇ ਵਿੱਚ ਆਪਾਂ ਕਹਿ ਦਿੰਦੇ ਆ ਘਟਨਾਵਾਂ, ਪਰ ਜਿਨ੍ਹਾਂ ਦੇ ਜੀ ਚਲੇ ਜਾਂਦੇ ਨੇ ਜਾਂ ਜਿਨ੍ਹਾਂ ਦੇ ਜੀ ਜਿਹੜੇ ਨੇ ਫੱਟੜ ਹੋ ਜਾਂਦੇ ਨੇ ਜਾਂ ਅਪਾਹਜ ਹੋ ਜਾਂਦੇ ਨੇ, ਉਹਨਾਂ ਦੇ ਘਰ ਦੀ ਹਾਲਾਤ ਕਿਹੋ ਜਿਹੀ ਹੁੰਦੀ ਆ ਉਹ ਆਪਾਂ ਭਲੀ ਭਾਂਤ ਜਿਹੜਾ ਉਹ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਆ। 2014 ਤੋਂ ਬਾਅਦ ਲਗਾਤਾਰ ਹੋ ਰਿਹਾ ਵਾਧਾ ਤੇ ਲਗਾਤਾਰਤਾ ਦੇ ਨਾਲ ਪਿੱਠ ਥਾਪੜ ਰਹੀ ਭਾਜਪਾ ਤੇ RS ਜਿਹੜੀ ਆ ਉਹ ਇਹਨਾਂ ਦੰਗਿਆਂ ਦੀ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਵਾਰ ਆ। ਜਦ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਤੇ ਕਦੀ ਕਤਾਈ ਕੁਛ UNO ਦੇ ਵਿੱਚ ਜਾਂ ਕਿਤੇ ਹੋਰ ਇਹੋ ਜਿਹੀਆਂ ਘਟਨਾਵਾਂ ਦਾ ਥੋੜਾ ਬਹੁਤ ਜ਼ਿਕਰ ਜਾਂ ਇਹਨਾਂ ਲੋਕਾਂ ਨੂੰ ਉੱਥੇ ਥੋੜਾ ਬਹੁਤ ਸ਼ਰਮਿੰਦਾ ਤਾਂ ਉਹ ਕਰਦੇ ਨੇ, ਪਰ ਐਡਾ ਇਹਨਾਂ ਦੇ ਵਿੱਚ ਬਸ਼ਰਮੀ ਆ ਕਿ ਇਹ ਲੋਕ ਇਹੋ ਜਿਹੀ ਜਿਹੜੀ ਹੋਈ ਬੇਇੱਜ਼ਤੀ ਦੀ ਕੋਈ ਪ੍ਰਵਾਹ ਜਿਹੜੀ ਆ ਉਹ ਨਹੀਂ ਕਰਦੇ। ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਕੁਝ ਵੀ ਹੋਵੇ ਇਹਨਾਂ ਲੋਕਾਂ ਨੂੰ ਬਹੁਤੀ ਕੋਈ ਲੱਥੀ ਚੜੀ ਜਿਹੜੀ ਆ ਉਹ ਨਹੀਂ ਆ, ਕਿਉਂਕਿ ਇਹਨਾਂ ਦਾ ਏਜੰਡਾ ਜਿਹੜਾ ਇੱਕੋ ਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਰਤ ਵਿੱਚ ਹਰ ਵਸਦਾ, ਉਹ ਚਾਹੇ ਕਿਸੇ ਵੀ ਧਰਮ ਦਾ ਵਸਦਾ ਬਸ਼ਿੰਦਾ, ਉਹ ਇੱਕ ਵਾਰੀ ਜਿਹੜਾ ਉਹ ਸਾਡੇ ਹਿੰਦੂ ਰਾਸ਼ਟਰ ਦੇ ਵਿੱਚ ਸਮਾ ਜਾਵੇ। ਜਾਂ ਕੁੱਟ ਕਟਾ ਕੇ ਸਮਾ ਲਾਂਗੇ ਤੇ ਕਈਆਂ ਨੂੰ ਪਿਆਰ ਨਾਲ ਪਚਲਾ ਕੇ ਸਮਾ ਲਾਂਗੇ ਤੇ ਕੁਛ ਜਿਹੜੇ ਨੇ ਉਹਨਾਂ ਨੂੰ ਅਸੀਂ ਮਾਰ ਖਪਾ ਜਿਹੜਾ ਉਹ ਦਿਆਂਗੇ, ਦਬਕਾ ਦਿਆਂਗੇ, ਕੁਛ ਨੂੰ ਭਜਾ ਦਿਆਂਗੇ ਤੇ ਆਪਣਾ ਅਸੀਂ ਜਿਹੜਾ ਰਾਜ ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਆ ਕਿ ਇੱਥੇ ਨਾ ਤੇ ਕੋਈ ਵਿਰੋਧੀ ਧਿਰ ਵਾਲਾ ਬੰਦਾ ਹੋਵੇ, ਨਾ ਕੋਈ ਹੋਰ ਕਿਸੇ ਧਰਮ ਦਾ ਬੰਦਾ ਹੋਵੇ, ਤੇ ਨਾ ਹੀ ਜਿਹੜਾ
ਉਹ ਕੋਈ ਸਾਡੇ ਵਿਰੁੱਧ ਆਵਾਜ਼ ਚੁੱਕਣ ਵਾਲਾ ਕੋਈ ਐਂਟੀ ਪਾਰਟੀ ਜਿਹੜੀ ਆ ਕੋਈ ਹੋਵੇ। ਵਿਚਾਰਧਾਰਾ ਦੀ ਤਾਂ ਗੱਲ ਹੀ ਛੱਡ ਦਿਓ, ਇਹ ਕਹਿੰਦੇ ਆ ਕਿ ਵਿਚਾਰਧਾਰਾ ਤਾਂ ਹੋਰ ਜਿਹੜੀ ਆ ਕੋਈ ਉਹ ਹੋਵੇ ਹੀ ਨਾ। ਵਿਚਾਰਧਾਰਾ ਨੂੰ ਅਸੀਂ ਸਹਿਣ ਹੀ ਨਹੀਂ ਕਰ ਸਕਦੇ। ਉਹਦਾ ਨਤੀਜਾ ਹੀ ਹੈ ਨਾ ਜੋ ਸਾਡੇ ਸਾਹਮਣੇ ਹੈਗਾ। ਸੋ ਜੋ ਇਹ ਕੁਛ ਹੋ ਬੀਤ ਰਿਹਾ, ਇਹਦਾ ਕਾਰਨ ਤੇ ਬੜਾ ਸਪਸ਼ਟ ਆਪਾਂ ਨੂੰ ਦਿਖਾਈ ਦੇ ਰਿਹਾ। ਪਰ ਇਹਦੇ ਵਾਸਤੇ ਸਾਡੇ ਉਪਰਾਲੇ ਕੀ ਨੇ, ਆਮ ਜਿਹੜੀ ਜਨਤਾ ਹੈਗੀ ਉਹਦੇ ਉਪਰਾਲੇ ਕੀ ਨੇ, ਜਾਂ ਆਮ ਜਿਹੜੇ ਲੋਕ ਪੀੜਤ ਧਿਰਾਂ ਨੇ ਉਹਨਾਂ ਦੇ ਉਪਰਾਲੇ ਕੀ ਨੇ। ਜਿਨ੍ਹਾਂ ਲੋਕਾਂ ਤੇ ਪੈਂਦੀ ਆ ਉਹ ਆਪਣੀ ਆਵਾਜ਼ ਚੁੱਕਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਉਹ ਠੰਡ ਢੰਡੋਲਾ ਹੋ ਜਾਂਦਾ ਤੇ ਉਹ ਕਿਸੇ ਬੰਨੇ ਵੀ ਜਿਹੜੀ ਗੱਲ ਆ ਉਹ ਨਹੀਂ ਨਿਬੜਦੀ। ਜੇ ਸਿੱਖ ਜ਼ਿਆਦਾਤਰ ਖਲੋਂਦੇ ਨੇ ਜਾ ਕੇ, ਤੇ ਬਹੁਤਾਤ ਵਿੱਚ ਲੋਕ ਇਹ ਕਹਿੰਦੇ ਨੇ ਕਿ ਸਿੱਖ ਹਰ ਜਗ੍ਹਾ ਜਾ ਕੇ ਜਿਹੜੀ ਆ ਉਹ ਆਪਣੀ ਜਿਹੜੀ ਲੱਤ ਆ ਉਹ ਉਡਾ ਲੈਂਦੇ ਹੈਗੇ ਆ। ਕਿਉਂਕਿ ਸਿੱਖਾਂ ਦੇ ਵਿੱਚ ਖੂਨ ਦੇ ਵਿੱਚ DNA ਦੇ ਵਿੱਚ ਗੁਰੂ ਸਾਹਿਬ ਨੇ ਭਰਿਆ ਹੀ ਇਹ ਆ ਕਿ ਮਜਲੂਮ ਦੀ ਰੱਖਿਆ ਜਿਹੜੀ ਆ ਉਹ ਕਰਨੀ ਆ। ਸੋ ਸਿੱਖਾਂ ਦੇ ਭਾਵੇਂ ਆਪਣੇ ਬਹੁਤ ਸਾਰੇ ਜ਼ੁਲਮ ਹੁੰਦੇ ਨੇ ਤੇ ਬਹੁਤ ਜ਼ੁਲਮ ਜਿਹੜੇ ਨੇ ਉਹ ਸ਼ਾਇਦ ਸਿੱਖ ਕੌਮ ਨੇ ਬੜੇ ਵੱਡੇ ਰੂਪ ਦੇ ਵਿੱਚ ਜਿਹੜੇ ਨੇ ਉਹ ਸਹੇ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਆ ਰੀਸੈਂਟਲੀ ਦਿੱਲੀ ਦੇ ਵਿੱਚ ਜਿਹੜੀ ਹੋਈ ਘਟਨਾ ਬਜਰੰਗ ਦਲ ਵਾਲਿਆਂ ਨੇ ਕੀਤੀ ਆ ਉੱਤਮ ਨਗਰ ਦੇ ਵਿੱਚ, ਤੁਸੀਂ ਆਪ ਦੇਖ ਲਓ। ਆ ਵੀਡੀਓ ਦੇ ਵਿੱਚ ਨੰਗੀਆਂ ਕਿਰਪਾਨਾਂ ਜਿਹੜੀਆਂ ਨੇ ਉਹ ਤਕਰੀਬਨ ਚਲਾ ਰਹੇ ਨੇ, ਨੰਗੀਆਂ ਕਿਰਪਾਨਾਂ। ਜੇ ਆਪਣਾ ਜਿਹੜਾ ਹੈ ਉਹ ਤੁਸੀਂ ਦੇਖੋ, ਤੇ ਜੇ ਕੋਈ ਹੋਰ ਨੰਗੀ ਕਿਰਪਾਨ ਲੈ ਕੇ ਘੁੰਮੇ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹ ਕੋਈ ਬੰਦਾ ਬਰਦਾਸ਼ਤ ਜਿਹੜੇ ਆ ਹੋਰ ਇਹਨਾਂ ਦੇ ਜਿਹੜੇ ਨੇ ਉਹ ਕਰਦੇ ਨੇ, ਕਿਤੇ ਕੋਈ ਬਰਦਾਸ਼ਤ ਕਰਨਗੇ ਇਹ ਕਿ ਕੋਈ ਹੋਰ ਧਰਮ ਵਾਲਾ ਕੋਈ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਨਾਲ ਕਰੇ। ਉਹਨੂੰ ਤੇ ਉਸੇ ਵੇਲੇ ਅੱਤਵਾਦੀ ਤੇ ਵੱਖਵਾਦੀ ਜਿਹੜਾ ਉਹ ਡਿਕਲੇਅਰ ਜਿਹੜਾ ਉਹ ਕਰ ਦਿੰਦੇ ਹੈਗੇ ਨੇ। ਸੋ ਇਹਨਾਂ ਦੀ ਜਿਹੜੀ ਸੋਚ ਆ ਉਸ ਸੋਚ ਨੂੰ ਬਦਲ ਨਹੀਂ ਕੋਈ ਸਕਦਾ ਹੈਗਾ, ਬਦਲਿਆ ਜਾ ਨਹੀਂ ਸਕਦਾ। ਉਹਦਾ ਕਾਰਨ ਆ ਕਿਉਂਕਿ ਜਦੋਂ ਤਾਕਤ ਹੱਥ ਦੇ ਵਿੱਚ ਆ ਜਾਂਦੀ ਆ ਨਾ, ਤਾਕਤ, ਉਹ ਫਿਰ ਤੁਹਾਡੇ ਕੋਲ ਉਹ ਵੀ ਕੁਛ ਕਰਾਉਂਦੀ ਹੈਗੀ ਆ ਜਿਹੜਾ ਕਿ ਇਸ ਮਨੁੱਖੀ ਕਦਰਾਂ ਕੀਮਤਾਂ ਨੂੰ ਜਿਹੜਾ ਉਹ ਬਹੁਤ ਪਿੱਛੇ ਸਿੱਟ ਦਿੰਦਾ ਹੈਗਾ। ਮਨੁੱਖ ਨੂੰ ਮਨੁੱਖ ਦੀ ਤਰ੍ਹਾਂ ਦੇ ਨਾਲ ਜਿਹੜਾ ਉਹ ਨਹੀਂ ਵਰਤਿਆ ਜਾਂਦਾ ਹੈਗਾ ਕਿਸੇ ਵੀ ਤਰੀਕੇ ਦੇ ਨਾਲ। ਉਹਨੂੰ ਮਾਨਸਿਕ ਤੌਰ ਤੇ, ਉਹਨੂੰ ਫਿਜ਼ੀਕਲ ਤੌਰ ਦੇ ਉੱਤੇ, ਉਹਨੂੰ ਆਰਥਿਕ ਪੱਖ ਤੋਂ, ਉਹਦੇ ਜਿਹੜੇ ਬਾਕੀ ਉਹਦਾ ਸੋਸ਼ਲ ਜਿਹੜਾ ਸਰਕਲ ਹੈਗਾ ਉਸ ਦੇ ਤੌਰ ਦੇ ਉੱਤੇ ਉਹਨਾਂ ਨੂੰ ਬਿਲਕੁਲ ਕੱਟ ਆਫ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਂਦੀ ਆ। ਉਹਨੂੰ ਬਿਲਕੁਲ ਸਮਾਜ ਨਾਲੋਂ ਵੱਖ ਜਿਹੜਾ ਹੈ ਉਹ ਕਰਕੇ ਦੇਖਣ ਦੀ ਜਾਂ ਦਿਖਾਉਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੁੰਦੀ ਆ, ਫਿਰ ਉਹ ਕਰਾਉਂਦੇ ਨੇ ਤਾਕਤ ਦੇ ਸਿਰ ਦੇ ਉੱਤੇ। ਸੋ ਜੋ ਹੁਣ ਦਿੱਲੀ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਵਾਪਰਿਆ, ਅਲੱਗ-ਅਲੱਗ ਜਗ੍ਹਾ ਤੇ ਬੜੇ ਲੰਬੇ ਸਮੇਂ ਤੋਂ ਇਹ ਵਾਪਰ ਰਿਹਾ ਹੈਗਾ, ਤੇ ਇਹਦਾ ਸਪਸ਼ਟ ਜਿਹੜੀ ਸਰਕਾਰ, ਜਿਹੜੀ ਹੁਕੂਮਤ ਉਸ ਟਾਈਮ ਦੇ ਉੱਤੇ ਸੱਤਾ ਧਿਰ ਹੁੰਦੀ ਆ, ਉਹਦੇ ਤੇ ਸਾਰਾ ਕੁਝ ਦਾਰੋਮਦਾਰ ਹੁੰਦਾ। ਪਰ ਸੱਤਾ ਧਿਰ ਖੁਦ ਜਿਹੜੀ ਆ ਉਹ ਇਸ ਦੀ ਜ਼ਿੰਮੇਵਾਰ ਹੋਵੇ ਤੇ ਉਹ ਹੀ ਕਰਵਾ ਰਹੀ ਹੋਵੇ ਤੇ ਫਿਰ ਉੱਥੇ ਬਚਾਅ ਕਿਵੇਂ ਹੋ ਸਕਦਾ ਹੈਗਾ। ਇਹਦਾ ਇੱਕ ਇਲਾਜ ਜਿਹੜਾ ਹੈ ਇੱਕੋ ਹੀ ਬਣਦਾ ਕਿ ਘੱਟ ਗਿਣਤੀਆਂ ਨੂੰ ਜਿਹੜਾ ਹੁਣ ਇਕੱਠੇ ਰੂਪ ਦੇ ਵਿੱਚ ਕੋਈ ਹੰਬੜਾ ਮਾਰਨਾ ਪਊਗਾ, ਇਕੱਠੇ ਹੋਣਾ ਪਊਗਾ। ਨਹੀਂ ਤਾਂ ਇਹ ਜਿਹੜੀ ਕਹਾਣੀ ਆ ਉਹ ਬਣਨੀ ਨਹੀਂ ਕਿਸੇ ਵੀ ਤਰੀਕੇ ਦੇ ਨਾਲ, ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਆ ਉਹ ਬਣਨੀ ਨਹੀਂ ਤਾਂ ਫਿਰ ਕੰਮ ਬਹੁਤ ਖਰਾਬ ਹੋ ਜਾਏਗਾ। ਤੁਸੀਂ ਵੀਡੀਓ 'ਚ ਦੇਖ ਲਓ ਕਿ ਕਿੱਦਾਂ ਉਹ ਨੰਗੀਆਂ ਕਿਰਪਾਨਾਂ ਲੈ ਕੇ ਜਿਹੜੀਆਂ ਉਹ ਸੜਕਾਂ ਦੇ ਉੱਤੇ ਜਿਹੜੇ ਹੈ ਨੇ ਉਹ ਘੁੰਮ ਰਹੇ ਨੇ, ਕਿੱਦਾਂ ਕੀ ਕੁਛ ਉਹ ਜਿਹੜਾ ਉਹ ਕਰਦੇ ਪਏ ਨੇ। ਤੁਸੀਂ ਖੁਦ ਹੀ ਦੇਖ ਲਓ ਕਿ ਕਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਉਹ ਹੋਇਆ। ਸੋ ਆਪਾਂ ਦੇਖਦੇ ਹਾਂ ਵੀਡੀਓ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਕਿ ਕੀ ਕੁਛ ਜਿਹੜਾ ਸੀਗਾ ਉਹ ਹੋ ਰਿਹਾ ਸੀਗਾ।
ਹੁਣ ਤੁਸੀਂ ਦੇਖਿਆ ਕਿ ਤੁਸੀਂ ਆਪਣੇ ਧਰਮ ਨੂੰ ਮੰਨੋ, ਆਪਣੇ ਆਪਣੇ ਧਰਮ ਨੂੰ ਮੰਨੋ, ਇਨਸਾਨ ਤਾਂ ਹੀ ਹੈ ਨਾ। ਕੋਈ ਬੰਦਾ ਮੁਸਲਿਮ ਧਰਮ 'ਚ ਪੈਦਾ ਹੋਇਆ ਤੇ ਉਹਨੂੰ ਪੂਰਾ ਹੱਕ ਆ ਆਪਣੇ ਮੁਸਲਿਮ ਧਰਮ ਨੂੰ ਜਿਹੜਾ ਉਹਦਾ ਪ੍ਰਚਾਰ ਕਰਨਾ, ਉਹਦਾ ਪਸਾਰ ਕਰਨਾ, ਜਾਂ ਆਪਣੇ ਧਰਮ ਨੂੰ, ਆਪਣੇ ਅਕੀਦੇ ਨੂੰ ਜਿਹੜਾ ਉਹ ਮੰਨਣਾ। ਮੈਂ ਸਿੱਖ ਧਰਮ 'ਚ ਪੈਦਾ ਹੋਇਆ ਤੇ ਮੈਨੂੰ ਇਹ ਪੂਰਾ ਹੱਕ ਆ ਕਿ ਮੈਂ ਆਪਣੇ ਸਿੱਖਾਂ ਦੀ ਜਿਹੜੀ ਗੱਲਬਾਤ ਆ ਉਹਨੂੰ ਕਰਾਂ ਤੇ ਆਪਣੇ ਸਿੱਖ ਜਿਹੜੇ ਮੇਰੇ ਹੱਕ ਨੇ ਉਹਨਾਂ ਅਨੁਸਾਰ ਮੈਂ ਇਹ ਸਾਰਾ ਕੁਝ ਕਰਾਂ। ਕੋਈ ਹਿੰਦੂ ਧਰਮ 'ਚ ਪੈਦਾ ਹੋਇਆ, ਉਹ ਆਪਣੇ ਹਿੰਦੂ ਧਰਮ ਦੇ ਵਿੱਚ ਆਪਣੇ ਅਕੀਦੇ ਅਨੁਸਾਰ ਹਨੂਮਾਨ ਚਾਲੀਸਾ ਪੜ੍ਹੇ, ਗੀਤਾ ਦਾ ਪਾਠ ਕਰੇ, ਜਾਂ ਉਹ ਕਿਸੇ ਦੇਵੀ ਦੇਵਤਾ ਨੂੰ ਪੂਜੇ। ਇਹ ਉਹਦੀ ਆਪਣੀ ਆਸਥਾ ਹੈ, ਉਹਦੀ ਆਪਣੀ ਦ੍ਰਿਸ਼ਟੀ ਹੈਗੀ ਆ ਦੇਖਣ ਦੀ। ਪਰ ਲੇਕਿਨ ਇਹ ਕਿੱਦਾਂ ਹੋ ਸਕਦਾ ਕਿ ਕਿਸੇ ਸਿੱਖ ਨੂੰ ਫੜ ਕੇ ਇਹ ਕਹਿ ਦਿੱਤਾ ਜਾਵੇ, ਕਿਸੇ ਮੁਸਲਮਾਨ ਨੂੰ ਫੜ ਕੇ ਇਹ ਕਹਿ ਦਿੱਤਾ ਜਾਵੇ ਵੀ ਬੋਲ ਸ਼੍ਰੀ ਰਾਮ, ਬੋਲ ਸ਼੍ਰੀ ਰਾਮ, ਨਹੀਂ ਤਾਂ ਤੈਨੂੰ ਜਿਹੜਾ ਉਹ ਹਜੂਮ ਕੁੱਟੇਗਾ, ਮਾਰੇਗਾ, ਨਹੀਂ ਤੇ ਤੈਨੂੰ ਧੱਕੇ ਦੇ ਨਾਲ ਤੇਰੇ ਤੇ ਜ਼ੁਲਮ ਕੀਤਾ ਜਾਏਗਾ। 10-20 ਬੰਦੇ ਇੱਕ ਬੰਦੇ ਨੂੰ ਫੜ ਲੈਂਦੇ ਨੇ। ਤੇ ਕਿੱਧਰ ਦੀ ਬਹਾਦਰੀ ਆ, ਕਿੱਧਰ ਦਾ ਤੁਹਾਡਾ ਇਹ ਜਿਹੜਾ ਹੈਗਾ ਉਹ ਧਰਮ ਫੈਲਾਉਣ ਦਾ ਜਿਹੜਾ ਉਹ ਤਰੀਕਾ। ਜੇ ਤੁਸੀਂ ਮੰਨਦੇ ਹੋ ਕਿ ਰੱਬ ਹੈਗਾ, ਕੋਈ ਪ੍ਰਮਾਤਮਾ ਹੈਗਾ, ਕੋਈ ਰਾਮ ਹੈਗਾ, ਇੱਕ ਹੀ ਆ ਨਾ। ਆਪਾਂ ਅਲੱਗ-ਅਲੱਗ ਧਰਮਾਂ ਦੇ ਵਿੱਚ ਪੈਦਾ ਹੋ ਕੇ ਸਾਡੇ ਤਰੀਕੇ ਅਲੱਗ ਹੋ ਸਕਦੇ ਆ। ਕਿਸੇ ਦੇਸ਼ ਨੂੰ ਜਾਣ ਵਾਸਤੇ ਹਰ ਦੇਸ਼ ਤੋਂ ਰਸਤੇ ਅਲੱਗ ਹੋ ਸਕਦੇ ਨੇ, ਲੇਕਿਨ ਹੋ ਸਕਦਾ ਕਿ ਦੇਸ਼ ਉਸੇ 'ਚ ਹੀ ਪਹੁੰਚਣਾ ਹੋਵੇ, ਲੇਕਿਨ ਜਹਾਜ਼ ਵੱਖੋ-ਵੱਖ ਤਰੀਕਿਆਂ ਦੇ ਨਾਲ ਹਰ ਜਗ੍ਹਾ ਤੋਂ ਭੇਜਦਾ ਅਲੱਗ-ਅਲੱਗ ਤਰੀਕਿਆਂ ਨਾਲ। ਧਰਮ ਹਰ ਇੱਕ ਦਾ ਤਰੀਕਾ, ਜਿਸ ਧਰਮ 'ਚੋਂ ਪੈਦਾ ਹੋਇਆ ਤੇ ਉਸ ਧਰਮ ਦੇ ਵਿੱਚ ਉਹ ਵਧੇ ਫੁੱਲੇ, ਉਸ ਧਰਮ ਦੀ ਉਹ ਗੱਲਬਾਤ ਕਰੇ, ਜਾਂ ਉਸ ਧਰਮ ਦੇ ਰਾਹੀਂ ਉਸ ਪ੍ਰਮਾਤਮਾ ਦਾ ਮਿਲਾਪ ਜਿਹੜਾ ਉਹ ਲੱਭੇ ਕਰੇ। ਲੇਕਿਨ ਜੇ ਮੈਂ ਆਪਣੇ ਧਰਮ ਨੂੰ ਫੈਲਾਉਣ ਵਾਸਤੇ ਕਿਸੇ ਨੂੰ ਧੱਕੇ ਦੇ ਨਾਲ ਉਹ ਚੀਜ਼ ਕਰਵਾਵਾਂ ਤੇ ਉਹਦੇ ਤੋਂ ਉਹਦਾ ਜਿਹੜਾ ਧਰਮ ਆ ਉਹਦੇ ਅੱਖਰ ਖੋਣ ਦੀ ਕੋਸ਼ਿਸ਼ ਕਰਾਂ, ਤਾਂ ਫਿਰ ਮੇਰਾ ਜਿਹੜਾ ਧਰਮ ਆ, ਇੱਕ ਤਾਂ ਮੈਂ ਧਰਮੀ ਨਹੀਂ ਆ, ਮੈਂ ਅਧਰਮੀ ਹੋ ਗਿਆ। ਮੇਰਾ ਕੋਈ ਧਰਮ ਨਹੀਂ ਉਹਦੇ ਵਿੱਚ, ਕਿਉਂਕਿ ਫਿਰ ਮੈਂ ਉਸ ਰੱਬ ਨੂੰ ਹੀ ਨਹੀਂ ਮੰਨਦਾ। ਮੈਂ ਉਸ ਰੱਬ ਦੇ ਮੰਨਣ ਤੋਂ ਇਨਕਾਰੀ ਹਾਂ ਕਿ ਹਾਂ ਫਿਰ ਉਸ ਰੱਬ ਨੇ ਇਹ ਸਿਖਾਇਆ ਨਹੀਂ। ਕਿਸੇ ਪੀਰ ਪੈਗੰਬਰ, ਕਿਸੇ ਰਿਸ਼ੀ ਮੁਨੀ ਨੇ ਇਹ ਸਿਖਾਇਆ ਕਿ ਤੁਸੀਂ ਕੁੱਟ ਕੇ ਕਿਸੇ ਨੂੰ ਜਿਹੜਾ ਉਹ ਆਪਣੇ ਧਰਮ ਦੇ ਵਿੱਚ ਉਹ ਕਰੋ। ਹਾਂ ਠੀਕ ਹੈ, ਪਿਛਲੇ ਸਮੇਂ ਦੌਰਾਨ ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਕਿ ਕਿਸੇ ਦਾ ਧਰਮ ਦੇ ਪਰਿਵਰਤਨ ਧੱਕੇ ਦੇ ਨਾਲ ਜਿਹੜੇ ਨੇ ਉਹ ਹੋਏ ਨੇ। ਪਰ ਮੈਂ ਬਹੁਤ ਦਾਅਵੇ ਦੇ ਨਾਲ ਤੇ ਬਹੁਤ ਖੁਸ਼ਕਿਸਮਤੀ ਦੇ ਨਾਲ ਇਹ ਗੱਲ ਤੁਹਾਡੇ ਨਾਲ ਕਰਦਾ ਕਿ ਸਿੱਖ ਧਰਮ ਨੇ ਅੱਜ ਤੱਕ ਕਦੀ ਕਿਸੇ ਨੂੰ ਡੰਡੇ ਦੇ ਸਿਰ ਤੇ ਇਹ ਨਹੀਂ ਕਿਹਾ ਕਿ ਭਾਈ ਬੋਲ ਸਤਨਾਮ ਵਾਹਿਗੁਰੂ, ਜਾਂ ਤੂੰ ਧੱਕੇ ਦੇ ਨਾਲ ਇਹ ਸਾਡੇ ਸਿੱਖ ਧਰਮ ਦੇ ਵਿੱਚ ਜਿਹੜਾ ਉਹ ਆ ਜਾ। ਕੋਈ ਆ ਜਾਵੇ ਤਾਂ ਉਹਨੂੰ ਜੀ ਆਇਆ, ਤੇ ਜਿਹੜਾ ਕੋਈ ਚਲੇ ਜਾਂਦਾ ਉਹਨੂੰ ਵੀ ਕਹਿੰਦੇ ਵੀ ਭਾਈ ਫਿਰ ਤੇਰੀ ਮਰਜ਼ੀ ਆ, ਫਿਰ ਤੂੰ ਸਿੱਖ ਬਣ ਕੇ ਨਾ ਰਹਿ। ਤਾਈਆਂ ਤਾਂ ਸਾਡੀ ਕਾਮਰੇਡਾਂ ਨਾਲ ਲੜਾਈ ਆ, ਤਾਈਆਂ ਸਾਡੀ ਹੋਰ ਜਗ੍ਹਾ ਦੇ ਉੱਤੇ ਲੜਾਈ ਹੈਗੀ ਆ। ਸੋ ਇਹ ਜੋ ਕੁਝ ਹੋ ਬੀਤ ਰਿਹਾ ਨਾ, ਇਹਦੇ ਵਾਸਤੇ ਇੱਕੋ ਹੀ ਚੀਜ਼ ਸਾਨੂੰ ਕਰਨੀ ਚਾਹੀਦੀ ਹੈਗੀ ਆ ਕਿ ਇਹਦੇ ਵਿੱਚ ਇਕੱਠੇ ਹੋ ਕੇ ਜਿਹੜਾ ਵੀ ਕੋਈ ਪੀੜਤ ਧਿਰ ਹੈਗੀ ਆ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈਗਾ। ਇਕੱਠੇ ਹੋ ਕੇ ਹੀ ਇਹਨਾਂ ਦਾ ਜਿਹੜਾ ਹੈ ਉਹ ਮੁਕਾਬਲਾ ਕਰਨਾ ਚਾਹੀਦਾ। ਦੂਜੀ ਗੱਲ ਕਿ ਇਹ ਇੱਕ ਉਸ ਵੱਡੀਆਂ ਸੰਤਲਤ ਜਿਹੜੀਆਂ ਸੀਗੀਆਂ, ਅੰਪਾਇਰ ਸੀ ਵੱਡੇ, ਉਹਨਾਂ ਨੂੰ ਇੱਕ ਮਾਣ ਸੀ ਕਿ ਅਸੀਂ ਇਸ ਧਰਤੀ ਦੇ ਉੱਤੇ ਸਥਿਰ ਹਾਂ, ਅਸੀਂ ਇਹੋ ਜਿਹਾ ਆਪਣਾ ਰਾਜ ਕਾਇਮ ਕਰ ਜਾਣਾ ਕਿ ਰਹਿੰਦੀ ਦੁਨੀਆ ਤੱਕ ਫਿਰ ਸਾਡੇ ਤੋਂ ਇਲਾਵਾ ਕੋਈ ਇਸ ਧਰਤੀ ਜਾਂ ਇਸ ਖਿੱਤੇ ਦੇ ਉੱਤੇ ਕੋਈ ਜਿਹੜਾ ਹੈ ਉਹ ਕੋਈ ਰਾਜ ਨਹੀਂ ਕਰ ਸਕੇਗਾ। ਪਰ ਅਜਿਹਾ ਕੁਝ ਵਾਪਰਦਾ ਨਹੀਂ, ਕਿਉਂਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਤਾਕਤ ਦੀ ਦੁਰਵਰਤੋਂ ਹੋਈ ਆ, ਉਦੋਂ ਹੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਕੋਈ ਨਾ ਕੋਈ ਯੋਧੇ ਇਸ ਧਰਤੀ ਦੇ ਉੱਤੇ ਪੈਦਾ ਹੁੰਦੇ ਨੇ। ਤੇ ਇਤਿਹਾਸ ਗਵਾਹ ਹੈ ਕਿ ਉਹਦੇ ਵਿੱਚ ਕਿੱਥੇ ਗਏ ਅੱਜ ਮੁਗਲੀਆ ਸੰਤਲਤ, ਕਿੱਥੇ ਗਈ, ਕਿੱਥੇ ਗਿਆ ਬ੍ਰਿਟਿਸ਼ ਅੰਪਾਇਰ।
ਕਿੱਥੇ ਗਏ ਬਾਕੀ ਜਿਨ੍ਹਾਂ ਨੂੰ ਤੁਸੀਂ ਬਹੁਤ ਤਕੜੇ ਸਮਝਦੇ ਸੀਗੇ ਕਿ ਹਾਂ ਇਹ ਜਿਹੜਾ ਰਾਜ ਨੇ ਇਹ ਜਾ ਨਹੀਂ ਸਕਦੇ ਹੈਗੇ? ਉਹ ਵੀ ਇਹ ਕਹਿੰਦੇ ਸੀ। ਬ੍ਰਿਟਿਸ਼ ਅੰਪਾਇਰ ਨੇ ਕਦੀ ਸੁਪਨੇ 'ਚ ਵੀ ਨਹੀਂ ਸੀ ਇਹ ਸੋਚਿਆ ਕਿ ਜਿਨ੍ਹਾਂ ਦਾ ਕਦੀ ਸੂਰਜ ਡੁੱਬਦਾ ਹੀ ਨਹੀਂ ਸੀ, ਸੂਰਜ ਉਹਨਾਂ ਦਾ ਵੀ ਡੁੱਬਿਆ, ਐਸਾ ਡੁੱਬਿਆ ਕਿ ਮੁੜ ਕੇ ਕਦੀ ਚੜ੍ਹਿਆ ਹੀ ਨਹੀਂ। ਸੋ ਇਹ ਕੁਦਰਤ ਦਾ ਵੀ ਅਸੂਲ ਆ ਕਿ ਜੇ ਤੁਸੀਂ ਤਾਕਤ ਦੀ ਦੁਰਵਰਤੋਂ ਕਰੋਗੇ ਤਾਂ ਫਿਰ ਇੱਕ ਨਾ ਇੱਕ ਦਿਨ ਜਿਹੜਾ ਹੈ ਉਹ ਟੁੱਟਣਾ ਹੀ ਹੁੰਦਾ, ਇੱਕ ਨਾ ਇੱਕ ਦਿਨ ਡਿੱਗਣਾ ਹੀ ਹੁੰਦਾ। ਤੇ ਫਿਰ ਟੀਸੀ ਤੋਂ ਡਿੱਗਿਆ ਹੋਇਆ ਇਨਸਾਨ ਖੜਾ ਨਹੀਂ ਹੋ ਸਕਦਾ। ਜੇ ਉਹ ਕੋਈ ਉਹਦੀਆਂ ਕਦਰਾਂ ਕੀਮਤਾਂ ਹੋਣਗੀਆਂ ਤੇ ਜਿਹੜੇ ਕੋਈ ਇਸ ਤਰ੍ਹਾਂ ਦੇ ਹੋਣਗੇ ਕਿ ਜਿਹੜੇ ਮਨੁੱਖ ਨੂੰ ਮਨੁੱਖ ਦੀ ਤਰ੍ਹਾਂ ਵਰਤਦੇ ਹੋਣਗੇ, ਮਨੁੱਖ ਨੂੰ ਮਨੁੱਖ ਦੀ ਤਰ੍ਹਾਂ ਸਮਝਦੇ ਹੋਣਗੇ, ਉਹ ਫੇਰ ਖੜੇ ਹੋ ਜਾਂਦੇ ਨੇ। ਪਰ ਜਿਹੜੇ ਲੋਕ ਇਸ ਤਰ੍ਹਾਂ ਧਰਮ ਦੀ ਆੜ ਲੈ ਕੇ ਤੇ ਦੁਰਵਰਤੋਂ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਨੇ, ਉਹ ਫਿਰ ਕਿਤੇ ਨਾ ਕਿਤੇ ਜਿਹੜਾ ਉਹ ਖਤਾ ਜ਼ਰੂਰ ਖਾਂਦੇ ਨੇ। ਅੱਜ ਇਹਨਾਂ ਕੋਲ ਬਹੁਤ ਵੱਡੀ ਤਾਕਤ ਆ। ਅੱਜ ਇਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਕਿਸੇ ਨੂੰ ਕੁੱਟ ਕੇ ਤੇ ਕਿਸੇ ਨੂੰ ਜਿਹੜਾ ਹੈ ਉਹ ਧੱਕੇ ਨਾਲ ਆਪਣੇ ਧਰਮ 'ਚ ਸ਼ਾਮਲ ਕਰਕੇ ਜਿਹੜਾ ਉਹ ਅਸੀਂ ਸ਼ਾਇਦ ਆਪਣੀ ਇੱਕ ਸੰਤੁਲਤ ਇਹੋ ਜਿਹੀ ਪੈਦਾ ਕਰ ਦਾਂਗੇ ਕਿ ਜਿਹੜਾ ਰਹਿੰਦੀ ਦੁਨੀਆ ਤੱਕ ਇੱਥੇ ਕੋਈ ਹੋਰ ਰਾਜ ਨਹੀਂ ਕਰ ਸਕੇਗਾ। ਪਰ ਥੋੜਾ ਜਿਹਾ ਮੈਂ ਇੱਥੇ ਜਿਹੜਾ ਉਹ ਅਲੱਗ ਵਿਚਾਰ ਵੀ ਰੱਖਦਾ ਕਿ ਸਿੱਖਾਂ ਦੀ ਗਿਣਤੀ 5 ਲੱਖ ਤੋਂ ਉੱਪਰ ਸਿੱਖ ਡਾਇਸਪੋਰਾ ਬਾਹਰ ਆ। ਅਸੀਂ ਜਿੱਥੇ ਜਿੱਥੇ ਵੀ ਬੈਠੇ ਆ ਆਪਣੇ ਧਰਮ ਤੇ ਹੁੰਦੇ ਜ਼ੁਲਮਾਂ ਨੂੰ ਬਿਆਨ ਵੀ ਕਰਦੇ ਆ, ਆਪਣੇ ਵਾਸਤੇ ਖੜਦੇ ਵੀ ਆ ਤੇ ਦੂਜੇ ਧਰਮਾਂ ਵਾਸਤੇ ਵੀ ਖੜਦੇ ਆ। ਪਰ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ 22 ਕਰੋੜ ਦੇ ਕਰੀਬ ਮੁਸਲਮਾਨ ਰਹਿੰਦਾ। 22 ਕਰੋੜ ਦੇ ਕਰੀਬ, 22 ਤੋਂ ਵੀ ਸ਼ਾਇਦ ਜ਼ਿਆਦਾ ਹੀ ਹੋਣਾ। ਤੇ 52-53 ਇਹਨਾਂ ਦੇ ਦੇਸ਼ ਨੇ ਜਿਹੜੇ ਮੁਸਲਿਮ ਕੰਟਰੀ ਨੇ। ਤੇ ਮੈਂ ਕਈ ਵਾਰੀ ਹੈਰਾਨ ਹੋਣਾ ਕਿ ਸਿੱਖਾਂ ਦੀ ਆਬਾਦੀ ਇਹਨਾਂ ਦੇ ਮੁਕਾਬਲੇ ਤੇ ਕੁਝ ਨਹੀਂ ਹੈ, ਕੁਝ ਵੀ ਨਹੀਂ ਵੇਖਿਆ ਜਾਵੇ ਉਸ ਦੇ ਹਿਸਾਬ ਦੇ ਨਾਲ, ਉਸ ਆਬਾਦੀ ਦੇ ਨਾਲ ਹਿਸਾਬ ਦੇ ਨਾਲ। ਪਰ ਸਿੱਖ ਜਦੋਂ ਖੜੇ ਹੋ ਜਾਂਦੇ ਨੇ ਨਾ, ਫਿਰ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਨੇ, ਹੁਣ ਤੱਕ ਨਿਕਲਦੀਆਂ ਨੇ। ਆ ਬਾਹਰ ਬੈਠੇ ਵੀ ਅਸੀਂ ਇਹਨਾਂ ਨੂੰ ਜਦੋਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਦਿੰਨੇ ਆ ਤੇ ਇਹਨਾਂ ਦੀਆਂ ਚੀਕਾਂ ਨਿਕਲਦੀਆਂ ਨੇ ਪੂਰੀਆਂ ਤਸੱਲੀ ਦੇ ਨਾਲ ਤੇ ਪੂਰੀਆਂ ਰੱਬ ਦੀ ਕਿਰਪਾ ਦੇ ਨਾਲ। ਅਸੀਂ ਇਹਨਾਂ ਨੂੰ ਖੜਨ ਵੀ ਨਹੀਂ ਦਿੰਦੇ ਕਿਸੇ ਵੀ ਪੱਖ ਤੋਂ। ਤੇ ਜਿਹੜੇ ਉੱਥੇ ਵੀ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਨੇ ਖੜਨ, ਉਹ ਵੀ ਨਹੀਂ ਦਿੰਦੇ। ਭਾਵੇਂ ਕਿ ਬਹੁਤਾਤ ਦੇ ਵਿੱਚ ਜਿਹੜੇ ਲੀਡਰਸ਼ਿਪ ਵਾਲੀ ਸਾਈਡ ਹੈਗੀ ਆ ਉਹ ਤੇ ਬੀਜੇਪੀ ਦੀ ਰਖੇਲ ਬਣ ਕੇ ਅੱਜ ਤੱਕ ਰਹੀ ਆ। ਕੁਛ ਰਖੇਲ ਬਣ ਗਏ ਤੇ ਰਖੇਲਾਂ ਰੱਖੀਆਂ ਨੇ ਉਹਨਾਂ ਨੇ। ਆ ਬਾਦਲ ਕਾ ਟੱਬਰ ਲਾ ਲਓ, ਆ ਸਿਰਸਾ ਹੁਣ ਰਖੇਲ ਨਵੀਂ ਰੱਖੀ ਆ ਉਹਨਾਂ ਨੇ। ਤੇ ਉਹਨਾਂ ਨੂੰ ਇਹ ਨਹੀਂ ਪਤਾ ਭਾਈ ਰਖੇਲਾਂ ਨੂੰ ਸਮਾਜ ਦੇ ਵਿੱਚ ਜਿਹੜਾ ਉਹ ਕਿਹੜੀ ਨਿਗਾਹ ਦੇ ਨਾਲ ਦੇਖਿਆ ਜਾਂਦਾ। ਨਾ ਉਹ ਪ੍ਰਵਾਨਿਤ ਹੁੰਦੀਆਂ ਨੇ ਜਿਹਦੀਆਂ ਰਖੇਲ ਹੁੰਦੀਆਂ ਨੇ, ਤੇ ਨਾ ਹੀ ਪ੍ਰਵਾਨਿਤ ਉਹ ਹੁੰਦੀਆਂ ਨੇ ਕਿ ਜਿੱਥੋਂ ਗਈਆਂ ਹੁੰਦੀਆਂ ਨੇ ਉਹਨਾਂ ਦੇ ਵੀ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਵਾਨਿਤ ਨਹੀਂ ਹੁੰਦੀਆਂ। ਸੋ ਇਹ ਲੋਕ ਤਾਂ ਉਸ ਪਾਸੇ ਨੇ, ਪਰ ਜਿਹੜੀਆਂ ਜਾਗਦੀਆਂ ਜ਼ਮੀਰਾਂ ਨੇ ਉੱਥੇ ਵੀ ਪੂਰਾ ਠੋਕ ਕੇ ਗੱਲ ਕਰਦੇ ਨੇ। ਜਿਹੜੀ ਮੈਂ ਗੱਲ ਕਰਨ ਲੱਗਿਆ ਸੀ ਤੁਹਾਡੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲਾ, ਕਿ 52-53 ਦੇਸ਼ ਹੋਣ ਤੇ ਜੇ 22 ਕਰੋੜ ਮੈਂ ਉੱਥੇ ਦੇਖਦਾ ਤੇ ਉਹ 22 ਕਰੋੜ ਦੇ ਵਿੱਚੋਂ ਵੀ ਮੈਂ ਦੇਖਦਾ ਕਿ ਜਾਗਦੀਆਂ ਜ਼ਮੀਰਾਂ ਵਾਲੇ ਇਦਾਂ ਲੱਗਦੇ ਨੇ ਕਿ ਹੈ ਨਹੀਂ, ਸੌ ਚੁੱਕੇ ਨੇ, ਜਾਂ ਤਾਂ ਉਹ ਬਿਲਕੁਲ ਆਪਣੇ ਹਥਿਆਰ ਸੁੱਟ ਚੁੱਕੇ ਨੇ ਕਿ ਸਾਨੂੰ ਚਾਹੇ ਵੱਢ ਦਿਓ, ਟੁੱਕ ਦਿਓ, ਮਾਰ ਦਿਓ, ਤੇ ਅਸੀਂ ਮਾੜਿਆ ਮੋਟਾ ਜਿਹਾ ਰੌਲਾ ਪਾਉਣਾ, ਇਸ ਤੋਂ ਬਾਅਦ ਅਸੀਂ ਕੁਝ ਕਰ ਨਹੀਂ ਸਕਦੇ। ਚਾਹੇ ਉਹ ਫਿਰ ਤੁਹਾਡੀਆਂ ਮਸਜਿਦਾਂ ਦੇ ਸਾਹਮਣੇ ਆ ਕੇ ਤੁਹਾਨੂੰ ਕੁੱਟ ਜਾਣ ਤੇ ਜਾਂ ਤੁਹਾਡੇ ਨਾਲ ਧੱਕਾ ਮੁੱਕੀ ਕਰ ਜਾਣ, ਜਾਂ ਤੁਹਾਡੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਨਾਲ ਕੋਈ ਦੁਰਵਿਹਾਰ ਕਰ ਜਾਣ। ਲੇਕਿਨ ਹੈਰਾਨਗੀ ਦੀ ਨਾਲ ਨਾ 52 ਦੇਸ਼ ਬੋਲਦੇ ਨੇ ਤੇ ਨਾ ਉਹ 22 ਕਰੋੜ ਬੋਲਦਾ। ਤੇ ਫਿਰ ਕਹਿੰਦੇ ਨੇ ਕਿ ਸਾਡਾ ਜਿਹੜਾ ਇਸਲਾਮਿਕ ਫੋਬੀਆ ਦਾ ਜਿਹੜਾ ਉਹ ਰੌਲਾ ਗੋਲਾ ਬਹੁਤ ਆ, ਜਾਂ ਇਹ ਉਹਦੇ ਉਲਟ ਤਸਵੀਰ ਪੇਸ਼ ਕਰ ਦਿੱਤੀ ਜਾਂਦੀ ਹੈ ਕਿ ਇਸਲਾਮਿਕ ਫੋਬੀਆ ਉਦਾਂ ਹੀ ਫੈਲਾਇਆ ਹੋਇਆ।
ठीक आ, वो तो इस्लामिक फोबिया तो उदा ही फैलाया होया, पर कित्थे ने वो 51-52 देश वो इस संसार दे विच जिहड़ा ये दुनिया इस टाइम दे उत्ते आ जिहड़ी बिल्कुल पदार्थवादी हो चुकी आ कि पदार्थ तो उत्ते कुछ नहीं, धर्म तां साडा सिट के वढ के टुक के जिधर मर्जी सुट दिओ, पर लेकिन पदार्थ नाल असीं साडे तां इन्हां दे नाल डिप्लोमैटिक संबंध ने। बड़ा एक वर्ड यूज हुंदा चाहे साडे इन्हां दे नाल कुछ इंटरनैशनल डीलिंग्स इदां दियां ने, साडियां संधियां इदां दियां ने, पर जे तुहाडे धर्म दे लोकां नूं वड्डिया टुकिया बेइज्जत कीता जा रहा ते तुहाडी जमीर कित्थे आ? तुसीं कित्थे सुत्ते पए हो? तुहानूं ओ जो मर्जी कर देण, बेइज्जत कर देण, ते तुहाडी इज्जत गैरत तुहाडे अंदर जिहड़ी जमीर आ ओ कित्थे गई? कि कुरान शरीफ दे विच इदां ही सारा कुछ जिहड़ा है तुहानूं सिखाया गया कि अपने धर्म वास्ते तुसीं कुछ नहीं करना? ते मैं अपने अल्फाज वो नहीं बोलना चाहता, पर मैनूं जदों मैं 22 करोड़ तो उत्ते उत्थे दे मुस्लिम भाईचारे नूं देखदा ते मैं देखदा कि इन्हां दे विच ते कोई जान प्राणी नहीं रहे। ये तां अपनी गल किसी चीज़ ते जाके करन दी हिम्मत नहीं रखते, जां किते जाके अपनी गल नूं लगातारता दे नाल करन दी हिम्मत नहीं रखते, जां बाकी श्रेणियां दे नाल इन्हां दा जिहड़ा जां बाकी जिहड़े पीड़ित लोग ने उन्हां दे नाल इन्हां दे संबंध किसी किस्म दे नहीं। सौ जांदे ने सुसरी वांगू जदों किते दूजे दे उत्ते जुल्म हुंदा, ते ये अग जिहड़ी फैली होई आ ये एक दिन अपने घर तक भी आउंदी आ, ते ये अपने घर तक दा ही आउण दा मतलब है कि कदी तुहाडीआं जिहड़ियां ने ਉਹ ਮਸਜਿਦਾਂ ਦੇ ਅੱਗੇ ਆ ਕੇ ਉਹ ਤਲਵਾਰਾਂ ਜਿਹੜੀਆਂ ਨੇ ਲਹਿਰਾਉਂਦੇ ਨੇ। ਹੋ ਤਾਂ ਸਾਡੇ ਨਾਲ ਵੀ ਬਹੁਤ ਕੁਛ ਰਿਹਾ, ਸਾਡੇ ਗੁਰਦੁਆਰਾ ਸਾਹਿਬਾਨਾਂ 'ਚ ਵੀ ਆ ਕੇ ਮੂਰਤੀਆਂ ਰੱਖਣ ਨੂੰ ਫਿਰਦੇ ਨੇ, ਪਰ ਕਿਤੇ ਨਾ ਕਿਤੇ ਡੰਡਾ ਚਾੜ ਕੇ ਫਿਰ ਇਹਨਾਂ ਨੂੰ ਉੱਥੋਂ ਭਜਾਇਆ ਜਾਂਦਾ। ਤੇ ਉਹ ਤਾਂ ਚਲੋ ਸਾਡੇ ਕੁਛ ਜਿਹੜੇ ਬਹੁਰੂਪੀਏ ਕਿਸਮ ਦੇ ਸਿੱਖ ਨੇ ਜਾਂ ਚਾਕਰੀ ਕਰਨ ਵਾਲੇ ਸਿੱਖ ਨੇ, ਉਹਨਾਂ ਦੀ ਬਹੁਤਾਤ ਬਹੁਤ ਹੋ ਚੁੱਕੀ ਆ ਤੇ ਉਹ ਕਿਤੇ ਨਾ ਕਿਤੇ ਇਹਨਾਂ ਨਾਲ ਜਾ ਰਲਦੇ ਨੇ। ਪਰ ਅਸੀਂ ਆਪਣੇ ਜਿਹੜੇ ਸਾਡੇ ਗਦਾਰ ਨੇ ਨਾ, ਬਖਸ਼ਿਆ ਨਹੀਂ ਉਹਨਾਂ ਨੂੰ ਅਸੀਂ ਕਦੀ ਵੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਬਖਸ਼ੇ ਨਹੀਂ ਜਾਣਗੇ। ਸੋ ਅਖੀਰ ਦੇ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਭਾਈ ਜੇ ਤੁਸੀਂ ਜ਼ੁਲਮ ਦਾ ਟਾਕਰਾ ਕਰਨਾ ਨਾ, ਇਸ ਤਾਕਤ ਦਾ ਟਾਕਰਾ ਤੁਸੀਂ ਕਰਨਾ, ਤੇ ਤੁਹਾਨੂੰ ਕਿਸੇ ਨਾ ਕਿਸੇ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਵੇਗਾ। ਆਪਣੇ ਜ਼ੁਲਮਾਂ ਦੀ ਦਾਸਤਾਨ ਇਸ ਦੁਨੀਆ ਨੂੰ ਬਾਰ-ਬਾਰ ਦੱਸਣੀ ਹੋਏਗੀ, ਤੇ ਇਹਨਾਂ ਦੇ ਜਿਹੜੇ ਕਰਮ ਨੇ ਤੇ ਇਹਨਾਂ ਦੇ ਜਿਹੜੇ ਕਾਰਨਾਮੇ ਨੇ ਉਹਨਾਂ ਨੂੰ ਦੱਸ ਕੇ ਆਪਣੇ ਆਪ ਨੂੰ ਜਸਟੀਫਾਈ ਵੀ ਕਰਨਾ ਹੋਏਗਾ ਕਿ ਹਾਂ ਤੁਸੀਂ ਇਸ ਕਰਕੇ ਇਸ ਚੀਜ਼ ਦਾ ਜਿਹੜਾ ਹੈ ਉਹ ਰੌਲਾ ਪਾਉਂਦੇ ਹੋ, ਤੇ ਇਸ ਚੀਜ਼ ਵਾਸਤੇ ਜੋ ਤੁਸੀਂ ਜਸਟੀਫਾਈ ਹੋ ਜਾਓਗੇ ਤੇ ਫਿਰ ਤੁਹਾਡੇ ਉੱਤੇ ਨਾ ਕੋਈ ਕਿਸੇ ਕਿਸਮ ਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਠੱਪਾ ਲੱਗੇਗਾ ਕਿ ਭਾਈ ਤੁਸੀਂ ਕੋਈ ਇਸ ਤਰ੍ਹਾਂ ਦੀ ਜਿਹੜੀ ਘਟਨਾ ਕਰਮ ਜਿਹੜਾ ਉਹ ਕਰਦੇ ਹੋ। ਬਲਕਿ ਕਰਨ ਵਾਲੇ ਕੌਣ ਨੇ? ਇਹ ਲੋਕ ਨੇ ਜਿਹੜੇ ਅੱਤਵਾਦ ਫੈਲਾ ਰਹੇ ਨੇ, ਅੱਤਵਾਦੀ ਗਤੀਵਿਧੀਆਂ ਕਰਦੇ ਨੇ, ਤੇ ਫਿਰ ਸਾਫ਼ ਸੁਥਰੇ ਹੋ ਨਿਕਲਦੇ ਨੇ ਨਹਾ ਕੇ ਛੱਪੜ ਚੋਂ, ਤੇ ਫਿਰ ਇਹ ਪਾ ਕੇ ਚਿੱਟੇ ਕੱਪੜੇ ਤੇ ਕਹਿੰਦੇ ਨੇ ਅਸੀਂ ਤਾਂ ਚਿੱਟੇ ਬਗਲੇ ਹੋ ਗਏ, ਅਸੀਂ ਤਾਂ ਜਿਹੜਾ ਹੈ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਹੈ ਉਹ ਆਪਣਾ ਪਾਪ ਜਿਹੜਾ ਸੀਗਾ ਉਹ ਧੋ ਲਿਆ, ਤੇ ਹੁਣ ਅਸੀਂ ਨਹਾ ਧੋ ਕੇ ਹੋ ਗਏ ਬਿਲਕੁਲ ਸੁੱਚੇ, ਤੇ ਹੁਣ ਅਸੀਂ ਭਾਵੇਂ ਮੰਦਿਰ 'ਚ ਜਾ ਕੇ ਪੂਜਾ ਕਰ ਲਈਏ, ਕੁਛ ਕਰ ਲਈਏ, ਜਿਹੜੇ ਸਾਡੇ ਜ਼ੁਲਮ ਨੇ ਕੀਤੇ ਹੋਏ ਲੋਕਾਂ ਤੇ ਉਹ ਸਾਡਾ ਭਗਵਾਨ ਸਾਨੂੰ ਮਾਫ ਕਰ ਦੇਗਾ। ਪਰ ਜੇ ਭਗਵਾਨ ਇੱਕ ਆ ਤੇ ਕਚਹਿਰੀ ਉਹਦੀ ਇੱਕ ਆ, ਤੇ ਫਿਰ ਮਾਫ ਕਿਵੇਂ ਹੋਵੇਗਾ? ਇਹ ਸੋਚਣ ਵਾਲੀ ਗੱਲ ਆ। ਤੁਸੀਂ ਵੀ ਸੋਚਿਓ, ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਤੁਹਾਨੂੰ ਪਸੰਦ ਆਵੇਗਾ। ਸੋ ਮੈਂ ਕੱਲ ਨੂੰ ਦੁਬਾਰਾ ਤੁਹਾਡੀ ਕਚਹਿਰੀ 'ਚ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ। ਕੱਲ ਮਿਲਦੇ ਹਾਂ ਜੀ ਆਪਾਂ ਇਸੇ ਸਮੇਂ ਤੇ। ਭੈ ਕਾਹੂ ਕੋ ਦੇਤਨਾ ਨਹਿ ਪੈਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।